प्यारे विद्यार्थियों, ਅੱਜ ਆਪਾਂ ਜਿਹੜਾ ਲੈਸਨ ਕਰਨਾ ਹੈ ਉਹ ਹੈਗਾ ਪੰਜਾਬ ਦਾ ਪਿੰਡ ਮੋੜੀ ਗਾਰਡਨ ਤੋਂ ਮਰੱਬੇਬੰਦੀ ਤੱਕ ਬਲਵਿੰਦਰ ਗਰੇਵਾਲ। ਤੁਸੀਂ ਕੀ ਹੋ ਅਤੇ ਕੀ ਹੋਵੋਗੇ। ਤਾਂ ਜਿਹੜਾ ਇਸ ਗੱਲ ਦਾ ਫੈਸਲਾ ਉਹ ਸਾਡੀਆਂ ਭੂਗੋਲਿਕ ਸਥਿਤੀਆਂ ਕਰਦੀਆਂ ਨੇ। ਤੁਹਾਡਾ ਸੁਭਾਅ ਕਿਵੇਂ ਦਾ ਹੈ, ਤੁਹਾਡਾ ਸਮਾਜ ਦੇ ਨਾਲ ਰਿਸ਼ਤੇ ਕਿਵੇਂ ਦੇ ਨੇ, ਤਾਂ ਜੀਵਨ ਪ੍ਰਤੀ ਤੁਹਾਡੀਆਂ ਲੋੜਾਂ ਕੀ ਨੇ ਜਾਂ ਤੁਹਾਡੀ ਪਹੁੰਚ ਕੀ ਹੈ। ਤਾਂ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਨੇ ਉਹ ਸਾਰੀ ਇਹ ਸਥਿਤੀ ਹੈ ਜਿਹੜੀ ਇਸ ਦੇ ਆਲੇ ਦੁਆਲੇ ਘੁੰਮਦੀ ਹੈ। ਤਾਂ ਪੰਜਾਬ ਦੇ ਪਿੰਡਾਂ ਦੀ ਵਿਉਂਤਬੰਦੀ ਅਤੇ ਉਹਨਾਂ ਦੀ ਸੱਭਿਆਚਾਰਕ ਹੋਂਦ ਨੂੰ ਵੀ ਭੂਗੋਲਿਕ ਹਾਲਾਤ ਅਤੇ ਸਰਹੱਦੀ ਸੂਬਾ ਹੋਣ ਦੀ ਸਥਿਤੀ ਅਨੁਸਾਰ ਸਮਝਿਆ ਜਾ ਸਕਦਾ ਹੈ। ਤਾਂ ਇਹਨਾਂ ਭੂਗੋਲਿਕ ਸਥਿਤੀਆਂ ਦੇ ਆਧਾਰ 'ਤੇ ਪੰਜਾਬ ਦੇ ਜਿਹੜੇ ਪਿੰਡ ਨੇ ਉਹਨਾਂ ਦੀ ਮੋੜੀ ਕੱਢੀ ਗਈ ਅਤੇ ਕਿਸ ਤਰ੍ਹਾਂ ਮਰੱਬੇਬੰਦੀ ਹੈ ਜਿਹੜੀ ਉਹ ਪਿੰਡਾਂ ਦੀ ਕੀਤੀ ਗਈ। ਤਾਂ ਵੱਧਦੀ ਆਬਾਦੀ ਭਾਈਏ ਵੰਡ ਹੋ ਕੇ 1 ਤੋਂ 2 ਪਿੰਡਾਂ ਦੇ ਵਿੱਚ ਵਿਕਸਦੀ ਰਹੀ। ਤਾਂ ਵੱਡੇ ਪਿੰਡਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਦੂਰ ਦੂਰ ਤੱਕ ਫੈਲੀਆਂ। ਤਾਂ ਜਿਸ ਤਰ੍ਹਾਂ ਜਿਹੜੇ ਸਾਡੇ ਪਿੰਡ ਨੇ ਹੋਂਦ ਵਿੱਚ ਆਏ ਨੇ, ਜਿਵੇਂ ਆਪਾਂ ਕਹਿੰਦੇ ਹਾਂ ਕਿ ਕਲਾਂ ਜਾਂ ਖੁਰਦ, ਕਿ ਜਿਹੜਾ ਕਲਾਂ ਪਿੰਡ ਹੈ ਉਸ ਦੇ ਵਿੱਚੋਂ ਹੀ ਜਿਹੜਾ ਛੋਟਾ ਪਿੰਡ ਹੈ ਉਹ ਨਿਕਲਿਆ ਹੁੰਦਾ, ਜਿਸ ਦੇ ਨਾਂ ਨਾਲ ਆਪਾਂ ਖੁਰਦ ਹੈ ਜਿਹੜਾ ਉਹ ਲਾ ਦਿੰਦੇ ਹਾਂ। ਤਾਂ ਇਸ ਤਰ੍ਹਾਂ ਇਹ ਛੋਟੇ ਪਿੰਡ ਨੇ ਜਿਹੜੇ ਮਾਜਰੇ, ਖੁਰਦ, ਉੱਚੇ ਜਾਂ ਨੀਵੇਂ, ਆਪਾਂ ਇਹਨਾਂ ਦਾ ਨਾਮ ਦਿੰਦੇ ਹਾਂ। ਤਾਂ ਪੰਜਾਬ ਦੇ ਬਹੁਤ ਸਾਰੇ ਪਿੰਡ ਨੇ ਜਿਹੜੇ ਉਹ ਭਾਈਚਾਰੇ ਵੱਲੋਂ ਮਿਹਣੇ ਤਾਨੇ ਮਾਰ ਕੇ ਜਾਂ ਡਾਂਗ ਦੇ ਜ਼ੋਰ ਖਦੇੜੇ ਗਏ ਬੰਦਿਆਂ ਵੱਲੋਂ ਵੀ ਬੰਨੇ ਜਾਂ ਵਸਾਏ ਗਏ ਨੇ। ਭਾਵ ਜਦੋਂ ਉਹਨਾਂ ਨੂੰ ਪਿੰਡ ਦੇ ਵਿੱਚੋਂ ਖਦੇੜ ਦਿੱਤਾ ਜਾਂਦਾ ਸੀ ਜਾਂ ਤਾਨੇ ਮਿਹਣੇ ਮਾਰੇ ਜਾਂਦੇ ਸੀ, ਤਾਂ ਉਹ ਬੰਦਾ ਹੈ ਜਿਹੜਾ ਕਿਤੇ ਹੋਰ ਜਾ ਕੇ ਆਪਣਾ ਪਿੰਡ ਹੈ ਜਿਹੜਾ ਉਸ ਦੀ ਮੋੜੀ ਗੱਡ ਦਿੰਦਾ ਸੀ। ਤਾਂ ਪੰਜਾਬ ਦੇ ਪਿੰਡਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜਿਹੜੀ ਉਹ ਇਹ ਹੈ ਕਿ ਇਹ ਛੋਟੀਆਂ ਛੋਟੀਆਂ ਰਿਆਸਤਾਂ ਵਾਂਗ ਵਿਚਰਦੇ ਨੇ। ਜਦੋਂ ਹੁਣ ਵੀ ਕਹਿੰਦੇ ਪੰਜਾਬ ਦਾ ਜਿਹੜਾ ਹਰ ਇੱਕ ਪਿੰਡ ਹੈ ਤਾਂ ਉਸ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਉਸ ਦੇ ਵਿੱਚ ਨਿਸ਼ਾਨ ਸਾਹਿਬ ਜਿਹੜਾ ਆਪਾਂ ਨੂੰ ਝੂਲਦਾ ਦਿਖਾਈ ਦਿੰਦਾ ਹੈ। ਤਾਂ ਇਸ ਤਰ੍ਹਾਂ ਪੰਜਾਬ ਦਾ ਜਿਹੜਾ ਹਰੇਕ ਪਿੰਡ ਹੈ ਉਹ ਇੱਕ ਵੱਖਰੀ ਰਿਆਸਤ ਵਾਂਗ ਵਿਹਾਰ ਕਰਦਾ ਨਜ਼ਰ ਆਉਂਦਾ ਹੈ। ਜਿਸ ਤਰ੍ਹਾਂ ਕਹਿੰਦੇ ਇੱਕ ਰਿਆਸਤ ਹੈ ਜਿਹੜੀ ਉਹ ਦੂਜੀ ਰਿਆਸਤ ਦੇ ਨਾਲ ਵਧੀਆ ਵਿਵਹਾਰ ਕਰਦੀ ਹੈ, ਉਸੇ ਤਰ੍ਹਾਂ ਕਹਿੰਦੇ ਵੀ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਇੱਕ ਦੂਜੇ ਨਾਲ ਵਿਵਹਾਰ ਕਰਦੇ ਨੇ। ਕਹਿੰਦੇ ਖਾਸ ਤੌਰ 'ਤੇ ਮਰਨੇ ਪਰਨੇ ਜਾਂ ਵਿਆਹ ਸ਼ਾਦੀ ਮੌਕੇ ਸੁੱਖ ਸੁਨੇਹਾ ਲੈ ਕੇ ਆਏ ਲਾਗੀ ਪ੍ਰਤੀ ਸਮੁੱਚੇ ਪਿੰਡ ਦਾ ਕਹਿੰਦੇ ਉਹੋ ਜਿਹੀ ਵਿਵਹਾਰ ਹੁੰਦਾ ਹੈ ਜਿਸ ਤਰ੍ਹਾਂ ਇੱਕ ਰਿਆਸਤ ਦਾ ਦੂਜੀ ਰਿਆਸਤ ਵੱਲੋਂ ਆਏ ਦੂਤ ਦਾ ਜਿਹੜਾ ਸਵਾਗਤ ਹੈ ਉਹ ਕੀਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਦਾ ਵਿਵਹਾਰ ਹੈ ਜਿਹੜਾ ਉਹ ਪਿੰਡਾਂ ਦੇ ਵਿੱਚ ਕੀਤਾ ਜਾਂਦਾ ਹੈ। ਤਾਂ ਇਸ ਲੈਸਨ ਦੇ ਵਿੱਚ ਪੁਰਾਣੇ ਪੰਜਾਬ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਸ ਸਮੇਂ ਜਿਹੜੇ ਲਾਗੀ ਸੀ ਉਹ ਕੋਈ ਸੁੱਖ ਸੁਨੇਹਾ ਜਾਂ ਕੋਈ ਦੁੱਖ ਦਾ ਸੁਨੇਹਾ ਲੈ ਕੇ ਆਉਂਦੇ ਸੀ। ਤਾਂ ਉਸ ਦੀ ਆਓ ਭਗਤ ਦੇ ਵਿਦਾਇਗੀ ਵੇਲੇ ਹੱਥ ਜੋੜ ਕੇ ਦਿੱਤੇ ਜਾਂਦੇ ਜੋੜੇ ਜਾਮਿਆਂ ਦੇ ਤੋਹਫੇ ਸਭ ਕੁਝ ਹੀ ਤਾਂ ਇੱਕ ਸਫ਼ੀਰ ਨਾਲ ਕੀਤੇ ਜਾਂਦੇ ਵਿਵਹਾਰ ਵਰਗਾ ਸੀ। ਭਾਵ ਜਿਸ ਤਰ੍ਹਾਂ ਇੱਕ ਦੂਤ ਨਾਲ ਵਿਵਹਾਰ ਕੀਤਾ ਜਾਂਦਾ ਹੈ। ਤਾਂ ਕਹਿੰਦੇ ਅੱਜ ਵੀ ਅਸੀਂ ਕਹਿੰਦੇ ਨਾਈ ਨੂੰ ਰਾਜਾ ਕਹਿੰਦੇ ਹਾਂ ਅਤੇ ਮਰਾਸੀ ਨੂੰ ਮੀਰ ਕਿਹਾ ਜਾਂਦਾ ਹੈ। ਭਾਵ ਇਹਨਾਂ ਲਾਗੀਆਂ ਦੀ ਉਸ ਸਮੇਂ ਦੀ ਜਿਹੜੀ ਸਥਿਤੀ ਸੀ ਉਹ ਬਿਆਨ ਕੀਤੀ ਗਈ ਹੈ। ਤਾਂ ਪੰਜਾਬ ਦੇ ਪਿੰਡਾਂ ਦੀ ਕੀਤੀ ਵਿਉਂਤਬੰਦੀ ਇਸ ਦਾ ਭੂਗੋਲਿਕ ਕਿੱਤਾਵਾਰ ਅਤੇ ਸੱਭਿਆਚਾਰਕ ਖਾਸਾ ਦਰਸਾਉਂਦਾ ਹੈ ਕਿ ਜਦੋਂ ਪੰਜਾਬ ਦੇ ਪਿੰਡਾਂ ਦੀ ਮਰੱਬੇਬੰਦੀ ਕੀਤੀ ਗਈ, ਵਿਉਂਤਬੰਦੀ ਕੀਤੀ ਗਈ, ਤਾਂ ਉਸ ਸਮੇਂ ਇਹਨਾਂ ਸਾਰੀਆਂ ਜਿਹੜੀਆਂ ਸੱਭਿਆਚਾਰਕ, ਰਾਜਨੀਤਿਕ, ਆਰਥਿਕ ਸਥਿਤੀਆਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਕੀਤੀ ਗਈ। ਤਾਂ ਪੰਜਾਬ ਦਾ ਜਿਹੜਾ ਹਰ ਇੱਕ ਪਿੰਡ ਹੈ, ਤਾਂ ਕਹਿੰਦੇ ਆਪਾਂ ਕਿਸੇ ਸ਼ਹਿਰ ਜਾਂ ਮੰਡੀ ਵੱਲੋਂ ਪੰਜਾਬ ਦੇ ਕਿਸੇ ਪਿੰਡ ਵੜਦੇ ਹਾਂ ਅਤੇ ਪਿੰਡ ਵੜਨ ਤੋਂ ਪਹਿਲਾਂ ਇੱਕ ਬੋਲੀ ਸੱਚ ਸਾਬਿਤ ਹੁੰਦੀ ਨਜ਼ਰ ਆਵੇਗੀ ਕਿ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਮੋਗਾ, ਉਰਲੇ ਪਾਸੇ ਢਾਬਾ ਸੁਣੀਂਦੀ, ਪਰਲੇ ਪਾਸੇ ਟੋਭਾ। ਭਾਵ ਕੀ ਹੈ ਕਿ ਜਿਹੜਾ ਹਰ ਇੱਕ ਪਿੰਡ ਹੈ, ਤੁਸੀਂ ਅੱਜ ਵੀ ਇਸ ਗੱਲ ਨੂੰ ਚਾਹੇ ਧਿਆਨ 'ਚ ਲੈ ਲਓ ਕਿ ਜਿਹੜਾ ਹਰ ਇੱਕ ਪਿੰਡ ਹੈ ਉਸ ਦੇ ਵਿੱਚ ਉਸ ਦੀ ਸ਼ੁਰੂਆਤ ਹੈ ਜਿਹੜੀ ਉਹ ਟੋਭੇ ਤੋਂ ਹੁੰਦੀ ਸੀ। ਤਾਂ ਉਹ ਟੋਭਾ ਹੈ ਜਿਹੜਾ ਉਹ ਕੀ ਹੈ, ਉਸ ਪਿੰਡ ਦਾ ਸਰੀਰ ਹੈ ਜਿਹੜਾ ਉਹ ਮੰਨਿਆ ਗਿਆ। ਤਾਂ ਪੰਜਾਬ ਵਿੱਚ ਟੋਭਾ ਹੈ ਜਿਹੜਾ ਉਹ ਪਿੰਡ ਪੰਜਾਬ ਦੇ ਜਿਸਮ 'ਚ ਧੜਕਦਾ ਦਿਲ ਹੈ। ਖਾਸ ਤੌਰ 'ਤੇ ਉਸ ਸਮੇਂ ਦੀ ਜਿਹੜੀ ਪੰਜਾਬ ਦੀ ਵੰਡ ਦੀ ਇਹ ਗੱਲ ਕੀਤੀ ਗਈ ਹੈ, ਉਸ ਸਮੇਂ ਜਿਹੜੇ ਪਾਣੀ ਦੇ ਸਾਧਨ ਸੀ ਉਹ ਨਹੀਂ ਸੀ।
ਤਾਂ ਪਾਣੀ ਆਪਣੀ ਵਰਤੋਂ ਦੇ ਵਿੱਚ ਲਿਆਉਣ ਲਈ ਜਾਂ ਖੇਤਾਂ ਨੂੰ ਸਿੰਜਣ ਦੇ ਲਈ ਵੀ ਜਿਹੜਾ ਪਾਣੀ ਹੈ ਉਹ ਬਾਰਿਸ਼ਾਂ ਦਾ ਪਾਣੀ ਸੀ ਜਿਹੜਾ ਉਹ ਟੋਭੇ ਦੇ ਵਿੱਚ ਇਕੱਠਾ ਹੁੰਦਾ ਸੀ, ਤਾਂ ਜਿਸ ਨੂੰ ਸਾਰੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਵਰਤਦੇ ਸੀ। ਤਾਂ ਇਸ ਤਰ੍ਹਾਂ ਇਹ ਅੱਜ ਵੀ ਕਹਿੰਦੇ ਲੋਕਾਂ ਨੂੰ ਪਤਾ ਹੈ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਕਿਹੜੇ ਖੇਤਾਂ ਦੇ ਵਿੱਚ ਪਾਣੀ ਆਊਗਾ ਜਾਂ ਕਿਹੜੇ ਪਿੰਡਾਂ ਨੂੰ ਡੁੱਬਣ ਦਾ ਖਤਰਾ ਹੈ। ਤਾਂ ਪਿੰਡ ਦੀ ਮੋੜੀ ਕੱਢਣ ਵਾਲਿਆਂ ਨੂੰ ਇਹ ਪਹਿਲਾਂ ਹੀ ਪਤਾ ਹੁੰਦਾ ਹੈ। ਮੋੜੀ ਉਸ ਵਾਰਡ ਨੂੰ ਕਹਿੰਦੇ ਨੇ ਜੋ ਪਿੰਡ ਲਈ ਨਿਸ਼ਚਿਤ ਕੀਤੀ ਥਾਂ ਦੇ ਦੁਆਲੇ ਗੱਡੀ ਜਾਂਦੀ ਸੀ। ਦਰਿਆਵਾਂ ਦੇ ਢਾਹਿਆਂ ਵਿੱਚ ਵਸੇ ਪਿੰਡਾਂ ਵਿੱਚ ਘਰ ਬਣਾਉਣ ਲਈ ਸਰਕੜੇ ਅਤੇ ਦੁੱਬ ਦੱਬ ਦੀ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਸੀ। ਤਾਂ ਮੋੜੀ ਗੱਡਣਾ ਭਾਵ ਉਸ ਸਮੇਂ ਪਿੰਡਾਂ ਦੀ ਮੋੜੀ ਗੱਡੀ ਗਈ ਸੀ। ਤਾਂ ਅੱਜ ਵੀ ਸਾਡੇ ਪਿੰਡ ਦੀਆਂ ਹੱਦਾਂ ਨੇ ਕਿ ਇੱਥੇ ਹੈ ਜਿਹੜਾ ਉਹ ਇਹ ਪਿੰਡ ਖਤਮ ਹੋ ਗਿਆ ਅਤੇ ਅਗਲਾ ਪਿੰਡ ਹੈ ਜਿਹੜਾ ਉਹ ਸ਼ੁਰੂ ਹੋ ਗਿਆ। ਉਹੀ ਸੀਗੀ ਜਿਹੜੀ ਪਿੰਡਾਂ ਦੇ ਵਿੱਚ ਮੋੜੀ ਗੱਡੀ ਗਈ ਸੀ। ਤਾਂ ਜਿਹੜਾ ਟੋਭਾ ਹੈ ਉਹ ਪਿੰਡ ਦਾ ਸਭ ਤੋਂ ਰਮਣੀਕ ਸਥਾਨ ਹੁੰਦਾ ਹੈ। ਪੀਣ ਲਈ ਪਾਣੀ ਵੀ ਇੱਥੇ ਸਾਂਭਿਆ ਜਾਂਦਾ ਅਤੇ ਫਸਲਾਂ ਦੀ ਸਿੰਜਾਈ ਵੀ ਹੈ ਜਿਹੜੀ ਉਹ ਇਸੇ ਟੋਭੇ ਤੋਂ ਕੀਤੀ ਜਾਂਦੀ ਸੀ। ਤਾਂ ਉਸ ਸਮੇਂ ਦੀ ਭਾਈਚਾਰਕ ਸਾਂਝ ਦੀ ਜਿਹੜੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਟੋਭਿਆਂ ਦੇ ਵਿੱਚੋਂ ਪਾਣੀ ਹੈ ਜਿਹੜਾ ਉਹ ਵਰਤਿਆ ਜਾਂਦਾ ਸੀਗਾ। ਤਾਂ ਟੋਭਾ ਪਿੰਡ ਦੀ ਸਾਂਝੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਣ ਬਣ ਜਾਂਦਾ। ਤਾਂ ਸਾਂਝੇ ਪਿੰਡਾਂ 'ਚ ਪਿੰਡ ਇੱਕ ਜਾਨ ਹੋ ਗਿਆ ਨਜ਼ਰ ਆਉਂਦਾ। ਤਾਂ ਖੇਤਾਂ ਦੇ ਵਿੱਚ ਜਦੋਂ ਹਲ ਵਾਹੇ ਜਾਂਦੇ ਸੀ ਤਾਂ ਕਿਸੇ ਦੇ ਥੱਕੇ ਬਲਦਾਂ ਨੂੰ ਕੋਈ ਆਪਣੀ ਜੋੜੀ ਦੇ ਕੇ ਦਮ ਦਵਾਉਂਦਾ ਹੁੰਦਾ ਸੀ ਕਿ ਤੂੰ ਤਾਇਆ ਸੁਸਤਾ ਲੈ ਘੜੀ, ਪੈੜੀ 'ਚ ਝਿੰਗ ਮੈਂ ਫੇਰ ਦਿੰਨਾ, ਭਾਵ ਹਲ ਹੈ ਜਿਹੜਾ ਉਹ ਮੈਂ ਵਾਹ ਦਿੰਨਾ। ਵਰਗੇ ਬੋਲ ਕਿਸੇ ਇਕੱਲੇ ਕਾਰੇ ਬੰਦੇ ਲਈ ਰੱਬ ਦੀ ਬਾਂਹ ਵਰਗਾ ਆਸਰਾ ਹੁੰਦੇ ਸੀ। ਵੱਡੇ ਛੋਟੇ ਪਿੰਡ ਇੱਕੋ ਟੋਭੇ ਪਾਣੀ ਪੀਂਦੇ ਸੀ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਕੀ ਹੋਇਆ ਤਾਂ ਖੂਹ ਪੁੱਟੇ ਗਏ। ਤਾਂ ਪਾਣੀ ਲਈ ਪੁੱਟਿਆ ਖੂਹ ਲੋਕਾਂ ਦੀਆਂ ਸਾਂਝਾਂ ਵਿਚਕਾਰ ਵੀ ਪੁੱਟਿਆ ਗਿਆ। ਤਾਂ ਅੱਜ ਦਾ ਜਿਹੜਾ ਯੁੱਗ ਹੈ ਤਾਂ ਸਾਡੇ ਹਰ ਇੱਕ ਘਰ ਦੇ ਵਿੱਚ ਜਿਹੜੇ ਟਿਊਬਵੈੱਲ ਨੇ ਉਹ ਲੱਗ ਗਏ। ਤਾਂ ਉਸ ਖੂਹਾਂ ਦੇ ਪੁੱਟਣ ਦੇ ਨਾਲ ਸਾਡੇ ਰਿਸ਼ਤਿਆਂ ਵਿੱਚ ਵੀ ਜਿਹੜੇ ਖੂਹ ਨੇ ਪੁੱਟੇ ਗਏ, ਭਾਵ ਉਹ ਸਾਂਝ ਜਿਹੜੀ ਪਹਿਲਾਂ ਸੀ ਉਹ ਹੁਣ ਨਹੀਂ ਰਹੀ, ਕਿਉਂਕਿ ਉਹ ਟਿਊਬਵੈੱਲ ਲੱਗਣ ਦੇ ਨਾਲ ਹਰ ਇੱਕ ਘਰ ਦੇ ਵਿੱਚ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਹੋ ਗਿਆ। ਤਾਂ ਆਜ਼ਾਦੀ ਤੋਂ ਬਾਅਦ ਹੋਈ ਮਰੱਬੇਬੰਦੀ ਤੱਕ ਪਿੰਡ ਦੀ ਬਾਹਰਲੀ ਫਿਰਨੀ ਦੇ ਅੰਦਰ ਬਾਹਰ ਲੱਗਿਆ ਖੂਹ ਪਿੰਡ ਲਈ ਪਾਣੀ ਦਾ ਸਾਂਝਾ ਸਰੋਤ ਬਣਿਆ ਰਿਹਾ। ਇਨ੍ਹਾਂ ਘਰ ਘਰ ਟਿਊਬਵੈੱਲ ਲੱਗਣ ਤੋਂ ਪਹਿਲਾਂ ਪਿੰਡ ਦੇ ਵਿੱਚ ਇੱਕ ਹੀ ਖੂਹ ਹੁੰਦਾ ਸੀ, ਜਿਸ ਦੇ ਉੱਤੋਂ ਸਾਰੇ ਜਿਹੜੇ ਪਿੰਡ ਦੇ ਲੋਕ ਸੀ ਉਹ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਲੈ ਕੇ ਆਉਂਦੇ ਸੀ। ਪਰ ਅਜੋਕੇ ਸਮੇਂ ਦੇ ਵਿੱਚ ਇਹ ਸਾਰਾ ਕੁਛ ਹੈ ਜਿਹੜਾ ਉਹ ਬਦਲ ਗਿਆ। ਤਾਂ ਇਹ ਖੂਹ ਪਿੰਡ ਤੋਂ ਬਾਹਰ ਨਿਕਲਦੇ ਰਸਤੇ ਦੇ ਐਨ ਅੰਦਰਵਾਦ ਉੱਚੀ ਥਾਂ 'ਤੇ ਹੁੰਦਾ, ਜਿੱਥੋਂ ਅਣਵਰਤਿਆ ਮੈਲਾ ਪਾਣੀ ਪਿੰਡ 'ਚ ਚਿੱਕੜ ਕਰਨ ਦੀ ਥਾਂ ਨਿਆਈ ਸਿੰਜਣ ਦੇ ਕੰਮ ਆਉਂਦਾ। ਤਾਂ ਕਹਿੰਦੇ ਜਿਹੜੇ ਇਹ ਨਿਆਈ ਵਾਲੀ ਜ਼ਮੀਨ ਹੈ ਕਹਿੰਦੇ ਉਹ ਬਹੁਤ ਮਜ਼ਬੂਤ ਮੰਨੀ ਗਈ ਹੈ। ਤਾਂ ਕਹਿੰਦੇ ਅੱਜ ਵੀ ਗਿੱਧੇ ਦੇ ਵਿੱਚ ਆਮ ਬੋਲੀ ਪਾਈ ਜਾਂਦੀ ਹੈ ਕਿ ਸਾਂਝੇ ਪਿੰਡ ਦੇ ਵਾਂਕੇ ਗੱਭਰੂ ਖੇਤ ਜਿਨ੍ਹਾਂ ਦੇ ਨਿਆਈਆਂ, ਭਾਵ ਜਿਹੜੀ ਨਿਆਈ ਦੀ ਜ਼ਮੀਨ ਹੈ ਉਹਨੂੰ ਬਹੁਤ ਹੀ ਜ਼ਿਆਦਾ ਵਧੀਆ ਉਪਜਾਊ ਹੈ ਜਿਹੜੀ ਉਹ ਮੰਨਿਆ ਗਿਆ। ਤਾਂ ਪਿੰਡ ਦੀ ਸਾਂਝ ਦਾ ਪ੍ਰਤੀਕ ਅਤੇ ਪੂਰੇ ਪਿੰਡ ਨੂੰ ਇੱਕ ਸੂਤਰ ਵਿੱਚ ਪਰੋਣ ਵਾਲਾ ਜਿਹੜਾ ਦੂਜਾ ਸਥਾਨ ਹੈ ਉਹ ਹੈ ਪਿੰਡ ਦਾ ਦਰਵਾਜ਼ਾ। ਤਾਂ ਅੱਜ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਦਰਵਾਜ਼ਾ ਹੈ ਉਹ ਮੁੱਖ ਮੰਨਿਆ ਗਿਆ। ਤਾਂ ਇਸ ਦਰਵਾਜ਼ੇ ਦੇ ਉੱਤੇ ਉਸ ਸਮੇਂ ਦੇ ਪੰਜਾਬ ਦੀ ਗੱਲ ਹੈ ਕਿ ਉਸ ਸਮੇਂ ਕਿਵੇਂ ਦਰਵਾਜ਼ੇ ਦੇ ਵਿੱਚ ਬੈਠ ਕੇ ਲੋਕਾਂ ਦੇ ਜਿਹੜੇ ਲੜਾਈ ਝਗੜੇ ਨੇ ਉਹਨਾਂ ਦਾ ਪੰਚਾਇਤਾਂ ਨਿਬੇੜਾ ਕਰਦੀਆਂ ਸੀ। ਤਾਂ ਕਹਿੰਦੇ ਅੱਜ ਵੀ ਇਹ ਗੱਲ ਹੈ ਕਿ ਚਲੋ ਠੀਕ ਹੈ, ਫਿਰ ਦਰਵਾਜ਼ੇ ਖੜ੍ਹ ਕੇ ਕਹਿ ਦੇ ਕੇਰਾਂ ਕਿ ਕੋਈ ਵੀ ਉਸ ਦਰਵਾਜ਼ੇ ਦੇ ਵਿੱਚ ਕਹਿ ਕੇ ਕੋਈ ਵੀ ਖੜ੍ਹ ਕੇ ਝੂਠ ਹੈ ਜਿਹੜਾ ਉਹ ਨਹੀਂ ਬੋਲਦਾ ਸੀ। ਤਾਂ ਅੱਜ ਤੱਕ ਮਿਸਾਲ ਮਿਲਣੀ ਔਖੀ ਹੈ ਬਈ ਕਿਸੇ ਨਗਰ ਖੇੜੇ ਦੀ ਝੂਠੀ ਸਹੁੰ ਖਾਧੀ ਹੋਵੇ। ਤਾਂ ਅੱਜ ਵੀ ਕਹਿੰਦੇ ਇਹ ਹੈ ਕਿ ਕੋਈ ਨਗਰ ਖੇੜੇ ਦੀ ਝੂਠੀ ਸਹੁੰ ਹੈ ਜਿਹੜੀ ਉਹ ਨਹੀਂ। ਤਾਂ ਇਸ ਦਰਵਾਜ਼ੇ ਨੂੰ ਨਿਆਂ ਦਾ ਪ੍ਰਤੀਕ ਭਾਵ ਪਿੰਡ ਦੀ ਸੁਪਰੀਮ ਕੋਰਟ ਮੰਨਿਆ ਗਿਆ, ਭਾਵ ਪਿੰਡ ਦੇ ਝਗੜੇ ਨੇ ਜਿਹੜੇ ਉਹ ਇਸ ਦਰਵਾਜ਼ੇ ਦੇ ਵਿੱਚ ਨਿਬੇੜੇ ਹੁੰਦੇ ਸੀ। ਅਤੇ ਵਿਆਹ ਵਾਲਾ ਮੁੰਡਾ ਹੈ ਜਿਹੜਾ ਉਹ ਜਾਂ ਬਰਾਤ ਚੜ੍ਹਨ ਤੋਂ ਪਹਿਲਾਂ ਇੱਥੇ ਮੱਥਾ ਟੇਕਦਾ, ਜਾਂ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸਦੀ ਅਰਥੀ ਪਹਿਲਾਂ ਦਰਵਾਜ਼ੇ ਲਿਜਾਈ ਜਾਂਦੀ ਸੀ। ਤਾਂ ਇਸ ਤਰ੍ਹਾਂ ਅੱਜ ਵੀ ਦਰਵਾਜ਼ੇ ਦੀ ਜਿਹੜੀ ਮਾਨਤਾ ਉਸੇ ਤਰ੍ਹਾਂ ਬਣੀ ਹੋਈ ਹੈ। ਤਾਂ ਦਰਵਾਜ਼ੇ ਦੇ ਅੰਦਰਲੇ ਪਾਸੇ ਇੱਕ ਸੱਥ ਬਣੀ ਹੁੰਦੀ ਹੈ ਜਿਸ ਦੇ ਵਿੱਚ ਬੈਠ ਕੇ ਪਿੰਡ ਦੇ ਲੋਕ ਨੇ ਜਿਹੜੇ ਉਹ ਗੱਲਾਂ ਕਰਦੇ ਨੇ, ਜਾਂ ਉੱਥੇ ਖੇਡਦੇ ਨੇ, ਜਾਂ ਉੱਥੇ ਉਹਨਾਂ ਦਾ ਉਹ ਆਰਾਮ ਕਰਦੇ ਨੇ। ਤਾਂ ਇਸ ਤਰ੍ਹਾਂ
ਪਿੰਡ ਦੀਆਂ ਜਿਹੜੀਆਂ ਅੱਗੇ ਗਲੀਆਂ ਦੀ ਗੱਲ ਕੀਤੀ ਗਈ ਹੈ, ਤਾਂ ਉਸ ਤੋਂ ਅੱਗੇ ਇਹਨਾਂ ਗਲੀਆਂ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਜਿਹੜੇ ਜ਼ਿਮੀਂਦਾਰਾਂ ਦੇ ਘਰ ਹੋਣਗੇ, ਜਿਨ੍ਹਾਂ ਦੀ ਜਿਹੜੀਆਂ ਗਲੀਆਂ ਨੇ ਉਹਨਾਂ ਦੀ ਚੌੜਾਈ ਹੋਵੇਗੀ ਜਿੱਥੋਂ ਕਿ ਜਿਹੜਾ ਗੱਡਾ ਹੈ ਉਹ ਲੰਘ ਸਕੇ। ਅਤੇ ਉਸ ਤੋਂ ਅੱਗੇ ਭੀੜੀਆਂ ਗਲੀਆਂ ਦੇ ਵਿੱਚ ਜਿਹੜੇ ਜ਼ਿਮੀਂਦਾਰ 'ਤੇ ਨਿਰਭਰ ਕਰਨ ਵਾਲੇ, ਭਾਵ ਕਿ ਲੁਹਾਰ, ਤਰਖਾਣ ਜਾਂ ਮਹਿਰੇ, ਹਰੀਜਨ ਜਾਂ ਉਹਨਾਂ ਦੀਆਂ ਜਿਹੜੀਆਂ ਗਲੀਆਂ ਨੇ ਉਹ ਬਹੁਤ ਛੋਟੀਆਂ ਹੁੰਦੀਆਂ ਨੇ ਅਤੇ ਉਹਨਾਂ ਦੇ ਜਿਹੜੇ ਘਰ ਹੁੰਦੇ ਨੇ ਉਹ ਵੀ ਛੋਟੇ ਛੋਟੇ ਹੁੰਦੇ ਨੇ। ਤਾਂ ਉਸ ਸਮੇਂ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅੱਜ ਵੀ ਇਹ ਜਿਹੜੀਆਂ ਹਰੀਜਨ ਜਾਂ ਜੁਲਾਹੇ ਜਾਂ ਲੁਹਾਰ, ਝੌਰ ਕਿਸ ਤਰ੍ਹਾਂ ਉਸ ਜਿਹੜੇ ਮਤਲਬ ਕਿ ਜ਼ਿਮੀਂਦਾਰ 'ਤੇ ਨਿਰਭਰ ਕਰਦੇ ਸੀ, ਉਹ ਜ਼ਿਮੀਂਦਾਰ ਦਾ ਕੰਮ ਕਰਦੇ ਸੀ। ਇਸ ਦੇ ਬਦਲੇ ਜਿਹੜਾ ਜ਼ਿਮੀਂਦਾਰ ਹੈ ਉਹ ਉਹਨਾਂ ਨੂੰ ਛਮਾਹੀ ਵੇਲੇ ਫਸਲਾਦ ਹੈ ਜਿਹੜੀ ਉਹ ਦਿੰਦਾ ਸੀ। ਤਾਂ ਕਿਸ ਤਰ੍ਹਾਂ ਉਹ ਅਪਣੱਤ ਭਰਾ ਰਿਸ਼ਤਾ ਸੀਗਾ ਜੋ ਅੱਜ ਹੈ ਜਿਹੜਾ ਹੁਣ ਕਾਇਮ ਨਹੀਂ ਰਿਹਾ। ਤਾਂ ਪੰਜਾਬ ਦੀਆਂ ਜਿਹੜੀਆਂ ਇਹ ਕਿਰਤੀ ਜਾਤਾਂ ਨੇ, ਜਿਵੇਂ ਤਰਖਾਣ ਅਤੇ ਲੁਹਾਰ ਜਾਤੀ ਦਰਜੇਬੰਦੀ ਵਿੱਚ ਉੱਪਰ ਅਤੇ ਜੱਟਾਂ ਦੇ ਵੱਧ ਨੇੜੇ ਨੇ, ਕਿਉਂਕਿ ਇਹਨਾਂ ਦੇ ਘਰ ਨੇ ਜਿਹੜੇ ਉਹ ਜੱਟਾਂ ਦੇ ਘਰਾਂ ਦੇ ਨਾਲ ਹੀ ਮਿਲਦੇ ਨੇ ਅਤੇ ਉਹਨਾਂ ਦੇ ਕਾਰਖਾਨੇ, ਖਾਸ ਤੌਰ 'ਤੇ ਲੁਹਾਰ ਦਾ ਕਾਰਖਾਨਾ ਪਿੰਡੋਂ ਬਾਹਰ ਖਾਸੇ ਫਰਕ 'ਤੇ ਹੋਵੇਗਾ। ਤਾਂ ਸਭ ਤੋਂ ਰੌਚਕ ਗੱਲ ਪਿੰਡ ਵਿੱਚ ਨਾਈਆਂ ਦਾ ਵਸੇਬਾ ਹੈ। ਨਾਈਆਂ ਦੇ ਘਰ ਨੇ ਜਿਹੜੇ ਉਹ ਕਿਸ ਤਰ੍ਹਾਂ ਦੋਵਾਂ ਮੁੱਖ ਗਲੀਆਂ ਦੇ ਵਿੱਚ ਸਿਖਰਲੇ ਮੋੜਾਂ 'ਤੇ ਹੁੰਦੇ ਨੇ। ਤਾਂ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸੁਰੱਖਿਅਤ ਘਰ ਨੇ ਉਹ ਸੁਨਿਆਰ ਅਤੇ ਸਾਹੂਕਾਰ ਦੇ ਹੁੰਦੇ ਨੇ। ਤਾਂ ਅੱਗੇ ਇਹਨਾਂ ਨੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਬ੍ਰਾਹਮਣ ਦੀ ਸਥਿਤੀ ਨੂੰ ਬੜੀ ਅਜੀਬ ਕਿਸਮ ਦੀ ਰਹੀ ਹੈ। ਤਾਂ ਪੰਜਾਬ ਦੇ ਜਿਹੜੇ ਬਹੁਤੇ ਬ੍ਰਾਹਮਣ ਨੇ ਉਹ ਜ਼ਿਮੀਂਦਾਰ ਨੇ ਅਤੇ ਕਿਸਾਨ ਨੇ, ਇਸ ਕਰਕੇ ਉਹਨਾਂ ਲਈ ਆਪਾਂ ਜਿਹੜਾ ਜੱਟ ਬ੍ਰਾਹਮਣ ਸ਼ਬਦ ਹੈ ਉਹ ਪ੍ਰਚਲਿਤ ਰਿਹਾ ਅਤੇ ਅੱਜ ਵੀ ਇਹ ਪ੍ਰਚਲਿਤ ਹੈ। ਤਾਂ ਇਸ ਤਰ੍ਹਾਂ ਬਾਕੀ ਪਰ ਜਿੱਥੇ ਬ੍ਰਾਹਮਣ ਗੈਰ ਜ਼ਮੀਨੀ ਨੇ ਉੱਥੇ ਬਹੁਤੀ ਥਾਈਂ ਉਹਨਾਂ ਦੇ ਘਰਾਂ ਦਾ ਸਥਾਨ ਤਾਂ ਉੱਚੀ ਜਾਤੀ ਦਾ ਸੂਚਕ ਹੈ, ਪਰ ਸਮਾਜਿਕ ਵਰਤਾਰੇ ਵੇਲੇ ਉਹਨਾਂ ਨੂੰ ਬਾਕੀ ਲਾਗੀਆਂ ਵਾਂਗ ਲਾਗ ਹੈ ਜਿਹੜਾ ਉਹ ਦਿੱਤਾ ਜਾਂਦਾ। ਤਾਂ ਕਿਸ ਤਰ੍ਹਾਂ ਦੇ ਲਾਗੀਆਂ ਦਾ ਸਨਮਾਨ ਕੀਤਾ ਜਾਂਦਾ ਸੀ ਅਤੇ ਕਿਸ ਤਰ੍ਹਾਂ ਉਹ ਜ਼ਿਮੀਂਦਾਰ 'ਤੇ ਨਿਰਭਰ ਸੀ, ਉਹ ਸਾਰੇ ਦੀ ਜਿਹੜੀ ਇਸ ਦੇ ਵਿੱਚ ਗੱਲ ਕੀਤੀ ਗਈ ਹੈ। ਤਾਂ ਉਸ ਤੋਂ ਅਗਲਾ ਸਥਾਨ ਜਿਹੜਾ ਧਰਮਸ਼ਾਲਾ, ਜਿਸ ਨੂੰ ਆਪਾਂ ਥਾਈ ਕਹਿ ਦਿੰਦੇ ਹਾਂ, ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਪੱਤੀਆਂ, ਜਿਵੇਂ ਵੱਡੇ ਪਿੰਡ ਸੀ ਉਹਨਾਂ ਦੇ ਪੱਤੀਆਂ ਦੇ ਵਿੱਚ ਵੰਡ ਕੀਤੀ ਗਈ ਸੀ, ਤਾਂ ਅਲੱਗ-ਅਲੱਗ ਪੱਤੀ ਜਾਂ ਮੁਹੱਲੇ ਦੀ ਆਪਣੀ ਆਪਣੀ ਜਿਹੜੀ ਧਰਮਸ਼ਾਲਾ ਹੈ ਉਹ ਹੁੰਦੀ ਸੀ। ਤਾਂ ਇਸ ਧਰਮਸ਼ਾਲਾ ਦੇ ਵਿੱਚ ਬਰਾਤ ਜਿਹੜੀ ਹੈ ਉਹ ਆ ਕੇ ਬੈਠਦੀ ਸੀ। ਤਾਂ ਇਹ ਪਿੰਡ ਦੀ ਇੱਕ ਮਤਲਬ ਕਿ ਮੁੱਖ ਸਥਾਨ ਹੈ ਜਿਹੜਾ ਉਹ ਮੰਨਿਆ ਗਿਆ ਸੀ। ਤਾਂ ਦੇਸ਼ ਦੀ ਆਜ਼ਾਦੀ ਤੱਕ ਪੰਜਾਬ ਦੇ ਪਿੰਡਾਂ ਦੀ ਸਥਿਤੀ ਲਗਭਗ 19-21 ਦੇ ਫਰਕ ਨਾਲ ਇਹੀ ਰਹੀ, ਪਰ ਆਜ਼ਾਦੀ ਤੋਂ ਬਾਅਦ ਨਵੇਂ ਪ੍ਰਬੰਧ ਅਧੀਨ ਆਜ਼ਾਦੀ ਦੀ ਲੜਾਈ ਦੌਰਾਨ ਪੈਦਾ ਹੋਏ ਜੋਸ਼ ਨੇ ਪੰਜਾਬੀ ਬੰਦੇ ਦੀ ਜੀਵਨ ਪ੍ਰਤੀ ਪਹੁੰਚ ਹੈ ਜਿਹੜੀ ਉਹ ਬਦਲ ਦਿੱਤੀ। ਬਾਹਰੀ ਹਮਲਾਵਰ ਦੇ ਖਤਰਿਆਂ ਤੋਂ ਬੇਫਿਕਰੀ ਅਤੇ ਸੁਰੱਖਿਅਤ ਸਰਹੱਦਾਂ ਨੇ ਪੰਜਾਬ ਦੇ ਪਿੰਡ ਪੱਕੇ ਹੋਣ ਦੀ ਨੀਂਹ ਹੈ ਜਿਹੜੀ ਉਹ ਰੱਖੀ ਗਈ। ਤਾਂ ਕਿਸ ਤਰ੍ਹਾਂ ਮਸ਼ੀਨੀਕਰਨ ਦੇ ਹੋਂਦ ਵਿੱਚ ਆਉਣ ਦੇ ਨਾਲ ਖੇਤੀਬਾੜੀ ਦੇ ਜਿਹੜੇ ਤਰੀਕੇ ਨੇ ਉਹ ਬਦਲ ਗਏ, ਜਿਸ ਦੇ ਕਾਰਨ ਜੱਟ 'ਤੇ ਨਿਰਭਰ ਹੋਣ ਵਾਲੀਆਂ ਜਿਹੜੀਆਂ ਜਾਤਾਂ ਨੇਗੀਆਂ ਉਹਨਾਂ ਦਾ ਕੰਮ ਹੈ ਜਿਹੜਾ ਉਹ ਖੁੱਸ ਗਿਆ ਹੈ ਅਤੇ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਬੇਰੁਜ਼ਗਾਰੀ ਹੈ ਉਸ ਦੇ ਵਿੱਚ ਵਾਧਾ ਹੋ ਗਿਆ ਹੈ। ਅਤੇ ਮਰੱਬੇਬੰਦੀ ਦੇ ਦੌਰਾਨ ਪੰਜਾਬ ਦੇ ਪਿੰਡਾਂ ਦੀਆਂ ਜਿਹੜੀਆਂ ਬਾਹਰਲੀਆਂ ਫਿਰਨੀਆਂ ਤੋਂ ਨਿਕਲਦੇ ਛੋਟੇ ਰਸਤੇ ਛੱਡੇ ਗਏ ਸੀ। ਇਹਨਾਂ ਰਸਤਿਆਂ ਦੀ ਚੌੜਾਈ ਸਿਰ 'ਤੇ ਟੁਕੜੇ ਬਰਾਬਰ ਹੈ। ਤਾਂ ਕਿਸ ਤਰ੍ਹਾਂ ਮਸ਼ੀਨੀਕਰਨ ਦੇ ਨਾਲ, ਟਰੈਕਟਰ ਟਰਾਲੀ ਹੋਣ ਦੇ ਵਿੱਚ ਆਉਣ ਨਾਲ, ਜਾਂ ਕਿਵੇਂ ਪਿੰਡ ਦੀਆਂ ਜਿਹੜੀਆਂ ਗਲੀਆਂ ਨੇ ਜਾਂ ਉਹ ਨਾਲੀਆਂ ਨੇ ਉਹ ਪੱਕੀਆਂ ਹੋ ਗਈਆਂ, ਪਿੰਡ ਦੀ ਹੋਂਦ ਹੈ ਜਿਹੜੀ ਉਹ ਪਹਿਲਾਂ ਨਾਲੋਂ ਹੁਣ ਬਦਲ ਗਈ ਹੈ। ਤਾਂ ਹੁਣ ਪਿੰਡ ਹੈ ਜਿਹੜਾ ਉਹ ਇੱਕ ਤਰ੍ਹਾਂ ਦੀ ਸੱਭਿਆਚਾਰਕ ਇਕਾਈ ਨਹੀਂ ਰਿਹਾ, ਇੱਕ ਗਲੋਬਲ ਪਿੰਡ ਹੈ ਜਿਹੜਾ ਉਹ ਬਣ ਗਿਆ ਹੈ ਅਤੇ ਪੰਜਾਬ ਦੀਆਂ ਜਿਹੜੀਆਂ ਸੱਭਿਆਚਾਰਕ ਸਥਿਤੀਆਂ ਜੋ ਪਹਿਲਾਂ ਵਾਲੀਆਂ ਸੀ ਉਹ ਹੁਣ ਬਦਲ ਗਈਆਂ ਨੇ। ਤਾਂ ਸਾਡੇ ਚੀਜ਼ਾਂ, ਰਿਸ਼ਤੇ ਅਤੇ ਭਾਈਚਾਰਕ ਸਾਂਝ ਦੀ ਜਿਹੜੀ ਤਬਦੀਲੀ ਆ ਉਹ ਕਾਫੀ ਹੋ ਗਈ ਹੈ ਅਤੇ ਹਰੀਜਨਾਂ ਦੀ ਜਿਹੜੀ ਪਹਿਲਾਂ ਵਰਗੀ ਸਥਿਤੀ ਨਹੀਂ ਰਹੀ, ਉਹਨਾਂ ਦੇ ਘਰ ਹੁਣ ਪੱਕੇ ਹੋ ਗਏ ਨੇ ਅਤੇ ਹੋਰ ਵੀ ਜਿਹੜੀਆਂ ਜਾਤਾਂ ਨੇ ਉਹ ਆਪਣਾ ਜਿਹੜੇ ਪਿੰਡ ਛੱਡ ਕੇ ਉਹ ਸ਼ਹਿਰ 'ਚ ਜਾ ਵਸੀਆਂ ਅਤੇ ਜਿਹੜੇ ਜੱਟ ਅਤੇ ਹਰੀਜਨ ਨੇ ਉਹਨਾਂ ਦੇ ਵਿੱਚ ਵੀ ਉਹ ਰਿਸ਼ਤਾ ਜਿਹੜਾ ਪਹਿਲਾਂ ਵਾਲਾ ਸੀਗਾ ਉਹ ਨਹੀਂ ਰਿਹਾ। ਅਤੇ ਤਾਂ ਇਹਨਾਂ ਜਾਤਾਂ ਦੀ ਥਾਂ 'ਤੇ ਸਾਨੂੰ ਜਿਹੜੇ ਹੁਣ ਵਿਹਾਰੀ ਮਜ਼ਦੂਰ ਨੇ ਉਹ ਨਜ਼ਰ ਆਉਂਦੇ ਨੇ ਅਤੇ ਉਹਨਾਂ ਦੇ ਘਰ ਹੀ ਪੰਜਾਬ ਦੇ ਵਿੱਚ ਜਿਹੜੇ ਸਾਨੂੰ ਵਸੇ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੀ ਜਿਹੜੀ ਅਣਸਾਂਭੀ ਉਲਝੀ ਦਾੜੀ ਉਹਨਾਂ ਵਿਹਾਰੀਆਂ ਦੀ ਸਾਨੂੰ ਪੰਜਾਬੀ ਹੋਣ ਦਾ ਜਿਹੜਾ ਭਰਮ ਹੈ ਉਹ ਸਿਰਜ ਜਾਂਦੀ ਹੈ। ਪਹਿਲਾਂ ਵਾਲੇ ਰਿਸ਼ਤੇ, ਨਾਤੇ, ਪ੍ਰਬੰਧ ਨੇ ਜਿਹੜੇ ਉਹ ਸਭ ਹੁਣ ਬਦਲ ਗਏ ਨੇ। ਥੈਂਕ ਯੂ।